हर जियो गुफा अंदर रख के वाजा पवन बजाया वजाया वाजा पाउना नौ द्वारे प्रगट किए दसवां गोपत रखाया गुरुद्वारा लाए पावनी इकना दसवां द्वार दिखाया तहाँ अनेक रूप नौ नवनिध तिसदा अंत न जाई पाया कह नानक हर प्यारा जियो गुफा अंदर रख के वाजा पवन बजाया कह नानक हर प्यारा जियो गुफा अंदर रख के वाजा पवन बजाया जुग जुग अटालो चावर छतर तख्त दे मालक हलत पलत सवार देनहार गरीब निवास पातशाह शब्द गुरु धन गुरु ग्रंथ साहब पातशाह जी की पावन अति पवित्र मुबारक गोद के अंदर और आपो अपने घरां दे विच नितनेम दीआं बाणीआं दे नाल जुड़ मिल बैठे अत सत्कारयोग सतसंगी जनों दाता जी की अपार किरपा बख्शिश ते सदका अमोलक घड़ियां प्राप्त होईयां ने पावन गुरबाणी दे नाल गुरु नानक दे दर घर दे सिद्धांतां दे नाल जुड़ मिल बैठण दा आपां नूं सुभाग समां प्राप्त होया है जी। आओ रल मिल के गुरु बख्शी विचार गुरु दे दिते हुए सिद्धांतां नूं समझदिआं होइआं अपने अमली जामे दे विच तारन दा यतन करिए। गुरु अमरदास पातशाह जी अज दी जो 38 नंबर पौड़ी आनंद बाणी दी इस विच सानूं की समझाउणा करदे ने आओ रल मिल के आपां गुरु तो समझ लईए। जिथे अपने जीवन नूं सवारना है सोहना बनाउणा है नाल नाल दुनिया दे चले हुए रीति रिवाजां कर्म कांडा वहमां भरमां प्रति सुचेत सियाणे भी होना है। आओ आपां अगलेरियां होर विचारां आरंभ करिए। सब तो पहल ते गुरदरबार की मर्यादा निभा लीए रल मिल के आपस में पाइए जी फतेह की सांझ इक्के बार कहण ते कोई रसना वांझी ना रवे। आखो जी वाहिगुरू जी का खालसा वाहिगुरू जी की फतेह। सतगुर की बाणी ਇਹਦੇ ਨਾਲੋਂ ਜਦੋਂ ਆਪਾਂ ਟੁੱਟਦੇ ਹਾਂ ਜਦੋਂ ਇਹਨੂੰ ਛੱਡਦੇ ਹਾਂ ਜਾਂ ਇਹਨੂੰ ਜਦੋਂ ਸੁਣ ਕੇ ਅਣਸੁਣਿਆ ਕਰ ਦਿੰਦੇ ਹਾਂ ਤਾਂ ਫਿਰ ਸਾਡੇ ਜੀਵਨ ਦੇ ਅੰਦਰ ਭਰਮ ਭੁਲੇਖੇ ਵਹਿਮ ਭਰਮ ਕਰਮ ਕਾਂਡ ਇਤਆਦਿਕ ਬਹੁਤ ਕੁਝ ਖੜਾ ਹੋ ਜਾਂਦਾ ਹੈ। ਇੱਥੋਂ ਤੱਕ ਗੁਰਬਾਣੀ ਦੇ ਹਿਸਾਬ ਦੇ ਨਾਲ ਚੱਲੀਏ ਤਾਂ गुरबाणी नालों टुट के गुरु नालों टुट के असी मरियां विच हो जाने आ। जिहड़ा रब की सिफत सलाह नहीं करता तो सतगुरु जी आखदे ने भाई वो मरियां दे बराबर है मरियां दे बराबर है। पर जेकर गुरु नाल जुड़ जावे गुरु द्वारा सिक्ख्या प्राप्त करे जां गुरु द्वारा रब नूं मिलण दा यतन करे गुरु दे द्वार दे नाल भावनी प्रीत प्रेम पा लवे
ਤਾਂ ਸਤਿਗੁਰੂ ਜੀ ਕਹਿੰਦੇ ਉਹਨੂੰ ਅਕਲ ਬੁੱਧ ਸਮਝ ਆ ਜਾਂਦੀ ਹੈ ਜ਼ਿੰਦਗੀ ਕਿਵੇਂ ਜਿਉਣੀ ਹੈ, ਭਾਵ ਕਿ ਉਹ ਜਿਉਂਦਿਆਂ ਵਿੱਚ ਹੋ ਜਾਂਦਾ ਹੈ। ਕਿਉਂਕਿ ਮਰਿਆ ਬੰਦਾ ਉਹੀ ਹੈ ਨਾ ਜਿਹਦਾ ਸਾਰਾ ਕੁਝ ਖਤਮ ਹੋ ਗਿਆ, ਰਿਸ਼ਤੇ ਨਾਤੇ ਟੁੱਟ ਗਏ, ਜਾਂ ਜਿਹਦੇ ਵਿੱਚ ਕੋਈ ਹਰਕਤ ਨਹੀਂ ਰਹੀ, ਸਭ ਕੁਝ ਡੈਡ ਹੋ ਗਿਆ, ਜਿਹਦੇ ਵਿੱਚ ਕੋਈ ਹਰਕਤ ਹੀ ਨਹੀਂ ਰਹੀ, ਉਹ ਮਰਿਆ ਹੋਇਆ ਹੈ। ਪਾਵਨ ਉਪਦੇਸ਼ ਆਪਾਂ ਪੜ੍ਹਦੇ ਹਾਂ, ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕੋਇ। ਉਹੀ ਜਿਉਂਦਾ ਹੈ ਜਿਹਦੇ ਵਿੱਚ ਹਰੀ ਪ੍ਰਮਾਤਮਾ ਦਾ ਨਾਮ ਦਾ ਵਾਸਾ ਹੈ, ਜਿਉਂਦਾ ਉਹੀ ਹੈ, ਨਹੀਂ ਤਾਂ ਬਾਕੀ ਮਰੇ ਹੋਏ ਨੇ। ਮਰੇ ਹੋਏ ਠੀਕ ਹੈ, ਸਰੀਰ ਚੱਲਦਾ ਜ਼ਰੂਰ ਹੈ ਪਰ ਅੰਦਰੋਂ ਤਾਂ ਖਤਮ ਹੀ ਨਹੀਂ ਨਾ, ਮਰੇ ਹੋਏ ਨੇ ਨਾ। ਤੇ ਪਰ ਜਿਹੜਾ ਗੁਰੂ ਦੇ ਦਰ 'ਤੇ ਆ ਕੇ ਜਾਂ ਗੁਰੂ ਦੁਆਰਾ ਜਾਂ ਗੁਰੂ ਦੀ ਸਿੱਖਿਆ ਦੇ ਨਾਲ ਪ੍ਰੀਤ ਪਾਉਂਦਾ ਹੈ, ਭਾਵਨੀ ਪਾਉਂਦਾ ਹੈ, ਉਹਨੂੰ ਸਤਿਗੁਰੂ ਜੀ ਕਹਿੰਦੇ ਕਿ ਉਹਨੂੰ ਮੱਤ ਬੁੱਧ ਆ ਜਾਂਦੀ ਹੈ, ਜੀਵਨ ਜਿਉਣ ਦਾ ਉੱਤ ਦਰਜਾ ਹੈ, ਜਿਹੜਾ ਉੱਚ ਪਦਵੀ ਹੈ, ਉਹ ਸਮਝ ਪੈ ਜਾਂਦੀ ਹੈ। ਜੀਵਨ ਜਿਉਣਾ ਕਿਵੇਂ ਹੈ, ਸੰਸਾਰ ਵਿੱਚ ਕਿਵੇਂ ਰਹਿਣਾ ਹੈ, ਗੁਰੂ ਦੀ ਸਿੱਖਿਆ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਕਿਵੇਂ ਜਿਉਣਾ ਹੈ, ਰੱਬ ਨੂੰ ਵੇਖਣਾ ਕਿਵੇਂ ਹੈ, ਰੱਬ ਨੂੰ ਸਮਝਣਾ ਕਿਵੇਂ ਹੈ, ਉਹ ਜਿਹੜੀ ਸਮਝ ਹੈ ਉਹ ਆ ਜਾਂਦੀ ਹੈ। ਤੇ ਜਦੋਂ ਆਪਾਂ ਇਸ ਪਾਵਨ ਅੱਜ ਦੀ ਜੋ ਪੌੜੀ ਹੈ 38 ਨੰਬਰ, ਇਹਨੂੰ ਵਿਚਾਰਨ ਦਾ ਯਤਨ ਕਰਨਾ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਕਿ ਸਤਿਗੁਰੂ ਨੇ, ਪ੍ਰਮਾਤਮਾ ਨੇ ਇਸ ਸਰੀਰ ਗੁਫਾ ਦੇ ਅੰਦਰ ਜਿੰਦ ਨੂੰ ਟਿਕਾ ਕੇ ਇਹਦੇ ਵਿੱਚ ਸਵਾਸ ਪਾਏ ਨੇ, ਜਿੰਦ ਟਿਕਾ ਕੇ ਸਵਾਸ ਪਾਏ ਨੇ। ਆਪਾਂ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਸਮਝਣਾ ਹੈ ਕਿ ਬੰਦਾ ਜਿਉਂਦਿਆਂ ਵਿੱਚ ਹੈ ਜਾਂ ਮਰਿਆਂ ਵਿੱਚ ਹੈ। ਸਵਾਸ ਤਾਂ ਸਾਰਿਆਂ ਵਿੱਚ ਹੀ ਚੱਲਦੇ ਨੇ, ਹੁਣ ਹਰੇਕ ਵਿੱਚ ਚੱਲ ਰਹੇ ਨੇ। ਜਿਹੜਾ ਅਕਿਰਤ ਕਾਣਾ ਬੰਦਾ ਚੱਲਦੇ ਤਾਂ ਉਹਦੇ ਵਿੱਚ ਵੀ ਸਵਾਸ ਨੇ, ਜਿਹੜਾ ਕਦੇ ਰੱਬ ਦਾ ਨਾਮ ਹੀ ਨਹੀਂ ਲੈਂਦਾ ਸਵਾਸ ਤਾਂ ਉਹਦੇ ਵਿੱਚ ਵੀ ਨਹੀਂ ਚੱਲਦੇ ਨੇ। ਹੁਣ ਆਪਾਂ ਇਹ ਥੋੜ੍ਹੀ ਕਹਿ ਸਕਦੇ ਹਾਂ ਕਿ ਰੱਬ ਨੇ ਉਹਨੂੰ ਜਿਉਂਦਾ ਰੱਖੋ, ਤਾਂ ਮਰਿਆ ਹੋਇਆ ਹੈ। ਠੀਕ ਹੈ, ਸਵਾਸ ਚੱਲ ਰਹੇ ਨੇ। ਜੇ ਬੰਦਿਆਂ ਵਾਲੇ ਕੰਮ ਹੀ ਨਹੀਂ, ਜੇ ਰੱਬ ਦਾ ਸ਼ੁਕਰ ਹੀ ਨਹੀਂ, ਮਰਿਆ ਹੋਇਆ ਹੈ। ਜੇ ਜੀਵੈ ਪਤ ਲੱਥੀ ਜਾਏ, ਜਿਉਂਦੇ ਹੋਏ ਦੀ ਪਤ ਲੱਥੀ ਹੋਈ ਹੈ, ਜਿਹਨੂੰ ਇੱਜ਼ਤ ਹੀ ਨਹੀਂ ਜਿਉਂਦੇ ਹੋਏ ਦੀ, ਉਹ ਬੰਦਾ ਜਿਉਂਦਿਆਂ 'ਚ ਥੋੜ੍ਹੀ ਆ, ਮਰਿਆ ਹੋਇਆ ਵਿੱਚ। ਤੇ ਜਦੋਂ ਇਸ ਪਾਵਨ ਪੌੜੀ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ ਤਾਂ 3 ਨੰਬਰ ਪੰਗਤੀ ਹੈ ਜਿਹੜੀ ਤੀਜੀ ਪੰਗਤੀ। ਸਤਿਗੁਰੂ ਜੀ ਆਖਦੇ ਨੇ, ਗੁਰਦੁਆਰਾ ਲਾਏ ਭਾਵਨੀ। ਗੁਰਦੁਆਰਾ ਭਾਵ ਗੁਰੂ ਦੁਆਰਾ, ਗੁਰੂ ਰਾਹੀਂ, ਦੁਆਰਾ ਭਾਵ ਰਾਹੀਂ, ਗੁਰੂ ਦੇ ਰਾਹੀਂ ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਭਾਵਨੀ ਲਾ ਲਈ, ਪ੍ਰੀਤ ਲਾ ਲਈ, ਤਾਂ ਉਹ ਜਿਹੜੇ ਕਈ ਜਣ ਨੇ, ਭਾਵ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਨਾਲ ਪ੍ਰੀਤ ਪਾਈ ਹੈ, ਗੁਰੂ ਦੇ ਦਰ ਦੇ ਨਾਲ ਪ੍ਰੇਮ ਰੱਖਿਆ ਹੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ, ਤਾਂ ਸਤਿਗੁਰੂ ਜੀ ਕਹਿੰਦੇ ਇੱਕ ਨਾ ਉਹਨਾਂ ਕਈ ਜਣਾਂ ਨੂੰ 10ਵਾਂ ਦੁਆਰ ਦਿਖਾਇਆ, ਉਹਨਾਂ ਨੂੰ 10ਵੇਂ ਦੁਆਰ ਦੀ ਸਮਝ ਆ ਗਈ। ਹੁਣ ਇੱਥੇ ਬੜਾ ਵੱਡਾ ਭੁਲੇਖਾ ਹੈ, ਜਿੱਥੇ ਸਾਡਾ ਭੁਲੇਖਾ ਬਹੁਤ ਵੱਡਾ ਫੈਲਦਾ ਹੈ ਕਿ 10ਵਾਂ ਦੁਆਰ ਕੀ ਹੈ। ਬੜੇ ਸਮਾਜ ਦੇ ਵਿੱਚ ਇਹਨੂੰ ਲੈ ਕੇ ਰੌਲੇ ਖੜੇ ਹੁੰਦੇ ਨੇ, ਬਹੁਤ ਕੁਝ ਸਾਡੇ ਆਪਣੇ ਸਿੱਖ ਜਗਤ ਦੇ ਵਿੱਚ ਵੀ ਇਹੋ ਜਿਹੇ ਰੌਲੇ ਨੇ। ਤੇ ਜੇ ਆਪਾਂ ਗੁਰਬਾਣੀ ਨਹੀਂ ਨਾ ਪੜ੍ਹੀ ਤਾਂ ਸਾਨੂੰ ਇਹ ਕਦੇ ਸਮਝ ਆ ਹੀ ਨਹੀਂ ਸਕਦਾ। ਕਿਵੇਂ 10ਵਾਂ ਦੁਆਰ ਹੈ ਕਿ ਹੁਣ ਜਦੋਂ ਇਹ ਨਾਮ ਲਿਆ ਜਾਂਦਾ ਹੈ ਉਦੋਂ ਸਾਡੇ ਦਿਮਾਗ ਵਿੱਚ ਬੜੀਆਂ ਘਾੜਤਾਂ ਘੜਨ ਲੱਗ ਪੈਂਦੀਆਂ ਨੇ। ਤੇ ਇੱਥੇ ਸਮਾਜ ਵਿੱਚ ਇਹ ਸੱਚਾਈ ਹੈ, ਇਸ ਨਾਮ ਨੂੰ ਲੈ ਕੇ ਕਿ 10ਵਾਂ ਦੁਆਰ, ਇਹਨੂੰ ਨਾਮ ਨੂੰ ਲੈ ਕੇ ਇੱਥੇ ਲੁੱਟਣ ਵਾਲੇ ਸਾਧਾਂ ਨੇ, ਡੇਰੇਦਾਰਾਂ ਨੇ ਬੜੀ ਦੁਨੀਆ ਲੁੱਟੀ। ਇੱਥੇ ਜੀ 10ਵਾਂ ਦੁਆਰ ਖੋਲ੍ਹਿਆ ਜਾਂਦਾ ਹੈ ਤੇ ਇੱਥੇ ਸਾਧ 10ਵਾਂ ਦੁਆਰ ਖੋਲ੍ਹਣ ਦੇ ਲਈ ਪਤਾ ਨਹੀਂ ਇੱਥੇ ਕੀ ਕੁਝ ਕਰ ਗਏ। ਇਹ ਸੱਚਾਈ ਹੈ।
ਪਤਾ ਨਹੀਂ ਕੀ ਕੁਝ ਕਰਕੇ, ਕਿਹੋ ਜਿਹੇ ਮਾੜੇ ਕਰਮ ਕਰਕੇ 10ਵਾਂ ਦੁਆਰ ਖੋਲ੍ਹਣਾ ਹੈ ਜੀ। ਲੋਕ ਤੜਾ ਤੜ 10ਵਾਂ ਦੁਆਰ ਖਿਲਾਉਣਾ ਹੈ ਅਸੀਂ, ਕਿਸੇ ਦੇ ਹੱਥ ਵਿੱਚ ਹੈ। ਜੇ ਰੱਬ ਨੇ ਦਿੱਤਾ ਹੈ ਤਾਂ ਰੱਬ ਨੇ ਖੋਲ੍ਹਣਾ ਹੈ, ਕਿਸੇ ਸਾਧ ਪਖੰਡੀ ਬਾਬੇ ਨੇ ਥੋੜ੍ਹੀ ਖੋਲ੍ਹਣਾ ਹੈ। ਸੋ ਆਓ ਸਮਝੀਏ ਕਿ 10ਵਾਂ ਦੁਆਰ ਹੈ ਕੀ। ਕਿਹਾ ਜਾਂਦਾ ਨਾ ਕਿ ਮੱਥੇ ਦੇ ਵਿੱਚ 10ਵਾਂ ਦੁਆਰ ਹੈ, ਇੱਥੇ ਸਿਰ ਦੇ ਵਿੱਚ। ਹੋਰ ਕੋਈ ਵੀ ਨਹੀਂ। 9 ਦੁਆਰੇ ਪ੍ਰਗਟ ਕੀਤੇ ਹੋਏ ਨੇ, ਉਹਨਾਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਹੈ। 9 ਦੁਆਰੇ ਪ੍ਰਗਟ ਸਾਡੇ ਹੈ ਨੇ, 9 ਦੁਆਰੇ ਪ੍ਰਗਟ ਕੀਤੇ ਹੋਏ ਨੇ। ਮੂੰਹ ਹੈ, 2 ਕੰਨ ਨੇ, 2 ਅੱਖਾਂ ਨੇ, ਤੇ 2 ਸਾਡੇ ਨੱਕ ਦੀਆਂ ਸੁਰਾਖਾਂ ਨੇ, 2 ਨਾਸਾਂ ਨੇ, ਤੇ 2 ਸਾਡੇ ਮਲ ਮੂਤਰ ਨੇ। 9 ਹੋ ਗਏ। 9 ਦੁਆਰੇ ਤਾਂ ਪ੍ਰਗਟ ਨੇ, ਤੇ ਸਤਿਗੁਰੂ ਜੀ ਕਹਿੰਦੇ 10ਵਾਂ ਹੈ ਜਿਹੜਾ ਗੁਪਤ ਰੱਖਿਆ ਹੋਇਆ ਹੈ। ਹੁਣ ਸਾਡੇ ਵਿੱਚ ਇਹ ਭੁਲੇਖਾ ਪੈ ਗਿਆ ਕਿ 10ਵਾਂ ਖੌਰੇ ਗੁਪਤ ਹੈ, ਜਾਂ ਮਰਨ ਲੱਗਿਆਂ ਪਤਾ ਕੀ ਕੀਤਾ ਜਾਂਦਾ ਕਿ ਜਦੋਂ ਬੰਦਾ ਮਰਦਾ ਹੈ 10ਵਾਂ ਦੁਆਰ ਉਦੋਂ ਖੁੱਲ੍ਹਦਾ ਹੈ। ਉਦੋਂ ਦੇਖਿਆ ਹੋਣਾ ਹੈ ਤੁਸੀਂ, ਜਦੋਂ ਬੰਦਾ ਜਲਦਾ ਹੈ ਉਹਦੀ ਖੋਪੜੀ ਵੀ ਭੰਨਦੇ ਨੇ। ਕਈ ਬਾਹਰ ਦੇ ਵੀ ਨਿਕ 10ਵਾਂ ਦੁਆਰ ਖੁੱਲ੍ਹ ਜਾਵੇ, ਇਹਦੇ ਵਿੱਚ ਜਿੰਦ ਨਿਕਲਣੀ ਹੈ। ਜਾਂ ਸੰਸਾਰ ਦੇ ਵਿੱਚ ਬਹੁਤੇ ਲੋਕ ਇੱਥੇ ਜਿਹੜਿਆਂ ਨੇ ਭੁਲੇਖਿਆਂ ਵਿੱਚ ਪਾਇਆ ਕਿ ਬੈਠ ਕੇ ਇੱਦਾਂ ਦੀ ਭਗਤੀ ਕਰਕੇ ਅੰਦਰੋਂ ਸਵਾਸ ਘੁਮਾ ਕੇ 10ਵਾਂ ਦੁਆਰ ਨੂੰ ਚੜਾਉਣੇ ਨੇ, ਫੇਰ ਕਿਤੇ 10ਵਾਂ ਦੁਆਰ ਖੁੱਲ੍ਹਣਾ ਹੈ। ਇਵੇਂ ਕੁਝ ਵੀ ਨਹੀਂ ਹੈ। 10ਵਾਂ ਦੁਆਰ ਦਾ ਮਤਲਬ 9 ਦੁਆਰੇ ਪ੍ਰਗਟ ਕੀਤੇ ਨੇ। 10ਵੇਂ ਦੁਆਰ ਦਾ ਮਤਲਬ ਹੈ ਉੱਚ ਪਦਵੀ, ਉੱਚੀ ਸਮਝ, ਗੁਰੂ ਵਾਲੀ ਸਮਝ ਲੈ ਕੇ ਜੀਵਨ ਨੂੰ ਜਿਉਣਾ ਹੀ 10ਵਾਂ ਦੁਆਰ ਖੁੱਲ੍ਹਣਾ ਹੈ। 10ਵਾਂ ਦੁਆਰ ਹੋਰ ਕਿਹੜੇ ਤਰੀਕੇ ਨਾਲ ਖੁੱਲ੍ਹੇਗਾ? ਕੋਈ ਵੀ ਨਹੀਂ। ਇੱਥੇ ਸਰਬ ਘਾੜਤਾਂ ਕੜੀਆਂ ਹੋਈਆਂ ਨੇ। ਜਿੱਦਣ ਤੈਨੂੰ ਗੁਰੂ ਦੇ ਦੁਆਰਾ ਜੀਵਨ ਜਿਉਣ ਦਾ ਸਲੀਕਾ ਆ ਗਿਆ, ਉਦਣ ਤੇਰਾ 10ਵਾਂ ਦੁਆਰ ਖੁੱਲ੍ਹਿਆ। ਜਿੱਦਣ ਤੋਂ ਆਹ ਮੱਥੇ ਵਿੱਚ ਜਿੰਨੀ ਰੱਬ ਨੇ ਸਮਝ ਪਾਈ ਹੈ ਨਾ, ਜਿੰਨੀ ਇਹਦੇ ਵਿੱਚ ਮੈਮਰੀ ਫਿੱਟ ਕੀਤੀ ਹੈ, ਜਿਹੜਾ ਦਿਮਾਗ ਪਾਇਆ ਹੈ ਬੜਾ ਸ਼ਕਤੀਸ਼ਾਲੀ ਹੈ, ਬੜੇ ਕੰਮ ਲੈ ਸਕਦਾ। ਜਿੱਦਣ ਇਹਨੂੰ ਖੋਲ੍ਹਣਾ ਆ ਗਿਆ ਨਾ, ਇਹਦੇ ਵਿੱਚੋਂ ਚੰਗੇ ਵਿਚਾਰ ਜਿੱਦਣ ਪੈਦਾ ਹੋਣ ਲੱਗ ਪਏ, ਇਹ 10ਵਾਂ ਦੁਆਰ ਖੁੱਲ੍ਹਣਾ ਹੀ ਆ। ਅਤੇ ਉਹ ਹੋਣਾ ਕਿਹਦੇ ਕਰਕੇ? ਗੁਰੂ ਦੇ ਕਰਕੇ। ਗੁਰੂ ਦੇ ਦਰ 'ਤੇ ਆ ਚੰਗੀ ਮੱਤ ਲੈ, ਤੇਰਾ ਦਿਮਾਗ ਖੁੱਲ੍ਹਣ ਜਾਣਾ ਹੈ, ਜਿਹਦੇ ਵਿੱਚੋਂ ਦੁਨੀਆ ਦੇ ਪਰ ਉਪਕਾਰਾਂ ਦੀ, ਦੁਨੀਆ ਦੇ ਭਲੇ ਦੀ ਵਿਚਾਰ ਨਿਕਲੇਗੀ ਨਾ। ਜਿੱਦਣ ਇਹ 10ਵਾਂ ਦੁਆਰ ਖੁੱਲ੍ਹਣਾ ਹੀ ਹੈ, ਜਿਉਂਦਿਆਂ ਖੁੱਲ੍ਹਣਾ ਹੈ, ਨਾ ਕਿ ਮਰਿਆ ਹੋਇਆ ਖੁੱਲ੍ਹਣਾ। ਸੜਕੇ ਤਾਂ ਕੁਝ ਵੀ ਨਹੀਂ ਰਹਿੰਦਾ। ਗੁਰਦੁਆਰੇ ਲਾਏ ਭਾਵ ਨਿਕਣਾ 10ਵਾਂ ਦੁਆਰ ਦਿਖਾਇਆ। ਜਿਨ੍ਹਾਂ ਨੇ ਗੁਰੂ ਦੇ ਦਰ ਦੇ ਨਾਲ, ਗੁਰੂ ਦੁਆਰਾ, ਗੁਰੂ ਦੇ ਸਿੱਖਿਆ ਦੇ ਨਾਲ ਪ੍ਰੀਤ ਪਾਈ ਹੈ, ਉਹਨਾਂ ਦਾ 10ਵਾਂ ਦੁਆਰ ਖੁੱਲ੍ਹਦਾ ਹੈ। ਅਤੇ ਖੁੱਲ੍ਹਦਾ ਕਿਵੇਂ ਹੈ? ਉਹਨਾਂ ਨੂੰ ਮੱਤ ਬੁੱਧ ਆ ਜਾਂਦੀ ਹੈ, ਸਮਝ ਆ ਜਾਂਦੀ ਹੈ। ਜਿਹੜੀ ਸਮਝ ਦੇ ਉੱਤੇ ਪਰਦਾ ਪਿਆ ਹੋਇਆ ਸੀ ਨਾ, ਚੰਗੀ ਮੱਤ ਦੇ ਉੱਤੇ, ਚੰਗੀ ਬੁੱਧ ਦੇ ਉੱਤੇ, ਉਹ ਖੁੱਲ੍ਹ ਜਾਂਦੀ ਹੈ। ਇਹੀ ਹੈ ਸੋਚ ਨੂੰ, ਆਪਣੀ ਮੱਤ ਨੂੰ, ਆਪਣੇ ਦਿਮਾਗ ਨੂੰ, ਜਿਹੜਾ ਬੜਾ ਸ਼ਕਤੀਸ਼ਾਲੀ ਹੈ, ਬਹੁਤ ਕੁਝ ਕਰ ਲੈਂਦਾ ਹੈ। ਇਸ ਦਿਮਾਗ ਨੂੰ ਖੋਲ੍ਹਣਾ ਹੀ 10ਵਾਂ ਦੁਆਰ ਖੋਲ੍ਹਣਾ ਹੈ। ਹੋਰ ਕੋਈ ਵੀ ਇਹੋ ਜਿਹਾ ਭੁਲੇਖਾ ਨਹੀਂ। ਅੱਖਾਂ ਬੰਦ ਕਰ ਲਵੋ, ਬੈਠ ਜਾਵੋ, ਸਾਹ ਚੜਾਵੋ, 10ਵਾਂ ਦੁਆਰ ਵਿੱਚ ਵਾੜ ਦਿਓ। ਇੱਧਰ ਦੀ ਸਾਹ ਕੱਢ ਕੇ ਇਵੇਂ ਸ਼ਬਦ ਬੋਲਣਾ ਹੈ। ਕੋਈ ਹਵਾ ਦੇ ਨਾਲ ਅੰਦਰ ਖਿੱਚੋ, ਦੂਜਾ ਸ਼ਬਦ ਹਵਾ ਦੇ ਨਾਲ ਬਾਹਰ ਕੱਢੋ, ਇਵੇਂ 10ਵਾਂ ਦੁਆਰ। ਕੋਈ ਵੀ ਨਹੀਂ। ਇਹ ਸਾਰੇ ਭੁਲੇਖੇ ਨੇ। ਆਪਣੀ ਸੁਰਤ ਨੂੰ ਖੋਲ੍ਹਣਾ, ਆਪਣੀ ਸਮਝ ਨੂੰ ਖੋਲ੍ਹਣਾ, ਆਪਣੇ ਦਿਮਾਗ ਨੂੰ ਖੋਲ੍ਹਣਾ, ਆਪਣੇ ਚੰਗੇ ਵਿਚਾਰਾਂ ਨੂੰ ਖੋਲ੍ਹ ਲੈਣਾ ਹੀ 10ਵਾਂ ਦੁਆਰ ਨੂੰ ਖੋਲ੍ਹਣਾ ਹੈ। ਇਹ ਹੈ 10ਵਾਂ ਦੁਆਰ। ਇਹ ਭੁਲੇਖੇ ਜਿਹੜੇ ਪਾਏ ਹੋਏ ਨੇ, ਗੁਰੂ ਨੇ ਬੜੇ ਸੌਖੇ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਭਾਈ 10ਵਾਂ ਦੁਆਰ ਨੂੰ ਕਿਵੇਂ ਖੋਲ੍ਹ ਸਕਦੇ ਹੋ। ਆਪਣੀ ਸੁਰਤ ਨੂੰ ਖੋਲ੍ਹਣਾ ਹੀ 10ਵਾਂ ਦੁਆਰ ਖੋਲ੍ਹਣਾ। ਇਹੀ ਸੁਰਤ ਜੇ ਬੰਦ ਰੱਖੀ ਤਾਂ ਕੁਝ ਵੀ ਸਮਝ ਨਹੀਂ ਪੈਂਦਾ। ਇਸੇ ਸੁਰਤ ਦੇ ਵਿੱਚੋਂ, ਇਸੇ ਦਿਮਾਗ ਦੇ ਵਿੱਚੋਂ ਕਿੰਨੀਆਂ ਚੀਜ਼ਾਂ ਨੇ ਸਮਾਜ ਦੇ ਵਿੱਚ ਅਸੀਂ ਵੇਖਦੇ ਹਾਂ, ਕਿੰਨੀਆਂ ਚੀਜ਼ਾਂ ਇਸ ਸੁਰਤ ਵਿੱਚੋਂ ਨਿਕਲੀਆਂ ਨੇ। ਟੈਲੀਫੋਨ ਨਿਕਲ ਗਏ, ਹਵਾਈ ਜਹਾਜ਼ ਨਿਕਲ ਗਏ, ਮੋਟਰਸਾਈਕਲ, ਰੇਲ ਗੱਡੀਆਂ, ਸਾਰੇ ਦਿਮਾਗ ਦੀ ਘਾਟ 'ਤੇ ਨੇ ਨਾ। ਇਹ 10ਵਾਂ ਦੁਆਰ ਖੁੱਲ੍ਹਣਾ ਹੀ ਹੈ। ਅਤੇ ਜਪ ਬਾਣੀ ਦੇ ਅੰਦਰ ਜਦੋਂ ਆਪਾਂ ਪੜ੍ਹਦੇ ਨੇ 10ਵਾਂ ਦੁਆਰ ਕਿਹੜਾ ਹੈ, ਇਹਨੂੰ ਉੱਥੇ 5ਵੀਂ ਅਵਸਥਾ ਵੀ ਦੱਸਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਵਾਲੀ ਅਵਸਥਾ ਹੈ ਜਿਹੜੀ ਬੰਦੇ ਦੀ ਸੁਰਤ ਦੇ ਵਿੱਚ ਆਉਣੀ ਹੈ, ਜਿੱਥੇ ਇੱਕ ਨਿਰੰਕਾਰ ਦੇ ਨਾਲ ਤਾਲਮੇਲ ਹੋਣਾ ਹੈ, ਉਹ ਹੈ ਸੱਚਖੰਡ ਵਾਲੀ ਅਵਸਥਾ। ਉਹਨੂੰ ਹੀ ਸਤਿਗੁਰੂ ਜੀ 10ਵਾਂ ਦੁਆਰ ਕਹਿੰਦੇ ਨੇ। ਜਦੋਂ ਤੇਰੀ ਸੁਰਤ ਨਿਰੰਕਾਰ ਦੇ ਨਾਲ ਜੁੜ ਗਈ, ਇਹ 10ਵਾਂ ਦੁਆਰ ਖੁੱਲ੍ਹਣਾ ਹੀ ਹੈ। ਅਤੇ
ਗੁਰਦੁਆਰੇ ਲਾਏ ਭਾਵਨੀ ਕਣਾ 10ਵਾਂ ਦੁਆਰ ਦਿਖਾਇਆ। ਉਹਨਾਂ ਨੂੰ 10ਵੇਂ ਦੁਆਰ ਦੀ ਸਮਝ ਆ ਗਈ। ਆਪਣੀ ਸੁਰਤ ਹੈ ਜੋ ਕੁਛ ਪਾਇਆ ਸੋ ਏਕਾ ਵਾਰ, ਸਾਰਾ ਕੁਝ ਇਹਦੇ ਵਿੱਚ ਪਿਆ ਹੋਇਆ ਏ। ਜਦੋਂ ਇਹਦੀ ਸਮਝ ਆ ਗਈ ਕਿ ਮੇਰੇ ਦਿਮਾਗ ਦੇ ਵਿੱਚ ਚੰਗੀ ਮੱਤ ਵੀ ਪਈ ਹੋਈ ਹੈ, ਦੁਨੀਆ ਨੂੰ ਸਵਾਰਨ ਵਾਲੇ ਭਲੇ ਦੇ ਕੰਮ ਕਰਨ ਵਾਲੇ ਗੁਣ ਮੇਰੇ ਅੰਦਰ ਪਾਏ ਹੋਏ ਨੇ, ਜਦੋਂ ਆਹ ਮੱਤ ਆ ਗਈ ਇਹ 10ਵਾਂ ਦੁਆਰ ਖੁੱਲ੍ਹਣਾ ਹੈ। ਅਤੇ ਜਦੋਂ ਇਹ ਮੱਤ ਆ ਗਈ, ਜਦੋਂ ਚੰਗਾ ਜੀਵਨ ਜਿਉਣ ਦੀ ਜਾਂਚ ਬੰਦੇ ਨੂੰ ਆ ਗਈ ਤਾਂ ਉਹ ਬੰਦਾ ਫਿਰ ਜਿਉਂਦਿਆਂ ਵਿੱਚ ਹੋ ਜਾਂਦਾ ਹੈ। ਅਤੇ ਜਦੋਂ ਜਿਉਂਦਿਆਂ ਵਿੱਚ ਹੋ ਗਿਆ, ਇਸੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਹਰ ਜੀਓ ਗੁਫਾ ਅੰਦਰ ਰੱਖ ਕੇ। ਜਿਉਂਦੀ ਜਿੰਦ ਇਸ ਸਰੀਰ ਵਿੱਚ ਫਿਰ ਗੁਰੂ ਟਿਕਾਉਂਦਾ ਹੈ, ਅਕਾਲ ਪੁਰਖ ਪਰਮਾਤਮਾ ਟਿਕਾਉਂਦਾ ਹੈ। ਨਹੀਂ ਤਾਂ ਬਾਕੀ ਮਰੇ ਹੋਏ ਨੇ, ਪਰ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਪਾ ਲਈ, ਉਹਨਾਂ ਨੂੰ ਜੀਵਨ ਜਿਉਣ ਦੀ ਸਮਝ ਆ ਗਈ, ਅਤੇ ਅਕਾਲ ਪੁਰਖ ਪਰਮਾਤਮਾ ਉਹਨਾਂ ਵਿੱਚ ਜਿੰਦ ਟਿਕਾ ਦਿੰਦਾ ਹੈ, ਉਹਨਾਂ ਨੂੰ ਜਿਉਂਦਿਆਂ ਕਰ ਦਿੰਦਾ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਜਿੰਦ ਟਿਕਾ ਕੇ ਇਸ ਸਰੀਰ ਦੇ ਵਿੱਚ ਉਹਨਾਂ ਨੂੰ ਜਿਉਂਦਿਆਂ ਕਰ ਦਿੰਦਾ। ਉਹ ਬੰਦਾ ਸਾਹ ਲੈਂਦਾ ਹੈ, ਸੱਚ ਵਾਲੇ ਸਾਹ ਲੈਂਦਾ ਹੈ, ਸਚਾਈ ਵਾਲੇ ਸਾਹ ਲੈਂਦਾ ਹੈ। ਜਿਹੜੇ ਸੱਚ ਵਾਲੇ ਸਚਾਈ ਵਾਲੇ ਸਾਹ ਲੈ ਰਹੇ ਨੇ ਨਾ, ਜਿਉਂਦੇ ਉਹ ਨੇ। ਜਿਹੜੇ ਸੱਚ ਨੂੰ ਛੱਡ ਕੇ ਸਾਹ ਲੈ ਵੀ ਨਹੀਂ ਰਹੇ, ਉਹ ਜਿਉਂਦੇ ਨੇ। ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਊਂ। ਜੇ ਮੈਂ ਸੱਚ ਨੂੰ ਆਰਾਧਦਾ ਹਾਂ, ਜੇ ਰੱਬ ਨੂੰ ਆਰਾਧਦਾ ਹਾਂ ਤਾਂ ਜਿਉਂਦਾ ਹਾਂ, ਜੇ ਰੱਬ ਭੁੱਲ ਗਿਆ ਉਸੇ ਟਾਈਮ ਵਿਸਰੈ ਮਰ ਜਾਊਂ, ਮਰ ਜਾਂਦਾ ਹਾਂ, ਮਰਿਆ ਹੋਇਆ ਹਾਂ। ਅਤੇ ਸਾਡੀ ਦੁਨੀਆ ਦੇ ਬਹੁਤੇ ਹਾਲਾਤ, ਬਹੁਤੇ ਲੋਕੀ ਰੱਬ ਨੂੰ ਵਿਸਾਰ ਕੇ ਮਰਿਆਂ ਦੇ ਤੁਲ ਨੇ, ਮਰਿਆਂ ਦੇ ਬਰਾਬਰ ਨੇ। ਹੁਣ ਆਪਾਂ ਵੇਖਣਾ ਹੈ ਕਿ ਅਸੀਂ ਜਿਉਂਦਿਆਂ ਵਿੱਚ ਹੋਣਾ ਜਾਂ ਮਰਿਆਂ ਵਿੱਚ, ਜਿਉਂਦਿਆਂ ਵਿੱਚ ਹੋਣਾ ਹੈ ਜਾਂ ਮਰਿਆਂ ਦੇ ਵਿੱਚ। ਅਤੇ ਸਤਿਗੁਰੂ ਜੀ ਸਾਨੂੰ ਜਿਉਂਦਿਆਂ ਰੱਖਦੇ ਨੇ ਕਿ ਭਾਈ ਉਸ ਰੱਬ ਨੂੰ ਯਾਦ ਰੱਖ, ਜਿਉਂਦਿਆਂ ਵਿੱਚ ਹੋ ਜਾ। ਹੁਣ ਮਰਿਆਂ ਦੇ ਵਿੱਚ ਹਰਕਤ ਥੋੜ੍ਹੀ ਹੁੰਦੀ ਹੈ ਕੋਈ, ਮਰੇ ਵੀ ਕਿਸੇ ਦਾ ਕੁਝ ਸਵਾਰ ਥੋੜ੍ਹੀ ਸਕਦੇ ਨੇ, ਸਵਾਰਨਗੇ ਤਾਂ ਜਿਉਂਦੇ ਹੀ। ਦੁਨੀਆ ਦੇ ਅੰਦਰ ਚੰਗੇ ਕੰਮ ਜਿਉਂਦਿਆਂ ਨਹੀਂ ਕਰਨੇ ਨੇ ਨਾ, ਦੁਨੀਆ ਨੂੰ ਸਵਾਰਨਾ ਜਿਉਂਦਿਆਂ ਨਹੀਂ ਹੈ, ਮਰਿਆਂ ਨੇ ਥੋੜ੍ਹੀ। ਮਰੇ ਤਾਂ ਪਏ ਹੋਏ ਨੇ, ਆਕੜੇ ਹੋਏ ਨੇ, ਉਹਨਾਂ ਵਿੱਚ ਨਾ ਹਲਚਲ ਹੈ, ਬਸ ਸਿਰਫ ਆਕੜ ਹੈ, ਪਏ ਹੋਏ ਨੇ। ਕਿਵੇਂ ਮਰਜ਼ੀ ਹੈ, ਸਰੀਰ ਖਰਾਬ ਹੋ ਰਿਹਾ, ਪਰ ਜਿਹੜੇ ਜਿਉਂਦੇ ਨੇ, ਜਿਨ੍ਹਾਂ ਦੇ ਵਿੱਚ ਲਚਕ ਹੈ, ਜਿਹੜਾ ਕੁਝ ਕੰਮ ਕਰ ਸਕਦੇ ਨੇ ਉਹ ਸਿਰਫ ਜਿਉਂਦੇ ਹੀ ਕਰ ਸਕਦੇ ਨੇ। ਅਸੀਂ ਵੀ ਜਿਉਂਦਿਆਂ ਵਿੱਚ ਹੋਈਏ ਤਾਂ ਜੋ ਦੁਨੀਆ ਦਾ ਕੁਝ ਸਵਾਰ ਸਕੀਏ। ਸੱਚ ਬੰਦਾ ਜੇ ਦੁਨੀਆ ਦੀ ਖਾਤਰ ਲੜਨਾ ਹੈ, ਜਿਉਂਦਾ ਵੱਜਾ ਬੰਦਾ ਲੜ ਸਕਦਾ, ਨਾ ਕਿ ਮਰਿਆ ਹੋਇਆ। ਜਿਉਂਦਿਆਂ ਵਿੱਚ ਹੋ ਜਾਈਏ, ਅਤੇ ਜਿਉਂਦਿਆਂ ਵਿੱਚ ਉਦਣ ਹੋਵਾਂਗੇ ਜਿੱਦਣ ਗੁਰੂ ਦੇ ਦਰ 'ਤੇ ਆ ਗਏ। ਸੱਚ ਵਾਲੀ ਆਵਾਜ਼ ਹੈ, ਸੱਚ ਵਾਲਾ ਪਵਨ ਹੈ, ਜਿਹੜਾ ਗੁਰੂ ਨੇ ਸਾਡੇ ਵਿੱਚ ਟਿਕਾਉਣਾ ਹੈ। ਉਸ ਰੱਬ ਦੀ ਰਹਿਮਤ ਦੇ ਸਦਕਾ ਹਰ ਜੀਓ ਗੁਫਾ ਅੰਦਰ ਰੱਖ ਕੇ, ਜੇ ਗੁਫਾ ਦੇ ਅੰਦਰ, ਸਰੀਰ ਗੁਫਾ ਦੇ ਅੰਦਰ ਇਸ ਜਿੰਦ ਨੂੰ ਟਿਕਾ ਕੇ ਵਾਜਾ ਪਵਨ ਵਜਾਇਆ। ਹਵਾ ਦਾ ਵਾਜਾ ਵੱਜ ਰਿਹਾ, ਭਾਵ ਸਾਹ ਚੱਲ ਰਹੇ ਨੇ, ਅਤੇ ਸਾਹ ਉਹ ਚੱਲਣਗੇ ਜੇ ਗੁਰੂ ਦੇ ਦਰ 'ਤੇ ਆ ਕੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਾਂਗੇ ਤਾਂ ਸਾਹ ਵੀ ਸਾਨੂੰ ਸੱਚ ਵਾਲੇ ਆਉਣਗੇ, ਸੱਚ ਵਾਲੇ। ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜਿੰਦ ਵਿੱਚ ਵਾਜਾ ਟਿਕਾ ਦਿੱਤਾ, ਸਰੀਰ ਵਿੱਚ ਜਿੰਦ ਟਿਕਾ ਕੇ ਵਾਜਾ ਚੱਲ ਪਿਆ। 10ਵੇਂ ਦੁਆਰ ਦੀ ਸਮਝ ਹੈ ਜਿਹੜੀ ਉਹ ਅਜੇ ਗੁਪਤ ਰੱਖੀ ਹੈ, ਅਤੇ ਸਮਝ ਉਦਣ ਆਵੇਗੀ ਜਿਉਂਦਿਆਂ ਜਿਉਂਦਿਆਂ ਜਿੱਦਣ ਗੁਰੂ ਦੁਆਰਾ ਚੱਲਣਾ ਸ਼ੁਰੂ ਹੋ ਗਿਆ। ਗੁਰਦੁਆਰੇ ਲਾਏ ਭਾਵਨੀ ਕਣਾ 10ਵਾਂ ਦੁਆਰ ਦਿਖਾਇਆ। ਤਹਾਂ ਅਨੇਕ ਰੂਪ ਨਾਉ ਨਵਨਿਤ, ਤਿਸ ਦਾ ਅੰਤ ਨ ਜਾਈ ਪਾਇਆ। ਕਹਿੰਦੇ ਉਸ ਅਵਸਥਾ ਦੇ ਵਿੱਚ ਮਨੁੱਖ ਨੇ ਅਨੇਕਾਂ ਰੰਗਾਂ ਰੂਪਾਂ ਵਿੱਚ ਵਿਆਪਕ ਪ੍ਰਭੂ ਦਾ ਨਾਮ ਰੂਪਾਂ ਨੌਨਿਤ ਖਜ਼ਾਨਿਆਂ ਦਾ ਭੰਡਾਰ ਪ੍ਰਾਪਤ ਹੋ ਜਾਂਦਾ ਹੈ। ਭਾਵ ਤਾਂ ਅਨੇਕ ਰੂਪ ਨਾਉ ਨਵਨਿਤ, ਅਤੇ ਜਿਹੜਾ ਰੱਬ ਦੇ ਪ੍ਰਮਾਤਮਾ ਦਾ ਗੁਣਾਂ ਦਾ ਖਜ਼ਾਨਾ ਹੈ ਨਾ, ਜਿਹਦੇ ਵਿੱਚ ਨੌਨਿਤ ਪਾਏ ਹੋਏ ਨੇ, ਨੌਨਿਤ ਭਾਵ ਚੰਗੇ ਗੁਣ ਪਾਏ ਹੋਏ ਨੇ, ਰਤਨ ਜਵਾਹਰਾਤ ਪਾਏ ਹੋਏ ਨੇ। ਜਿਹੜਾ ਮਨੁੱਖ ਗੁਰੂ ਦੇ ਦਰ 'ਤੇ ਆ ਗਿਆ, ਗੁਰੂ ਦੀ ਸਿੱਖਿਆ ਪ੍ਰਾਪਤ ਕਰ ਲਈ, ਜਿਹਨੇ ਗੁਰੂ ਦੀ ਸਮਝ ਲੈ ਕੇ ਆਪਣਾ 10ਵਾਂ ਦੁਆਰ ਖੋਲ੍ਹ ਲਿਆ, ਆਪਣੀ ਮੱਤ ਖੋਲ੍ਹ ਲਈ, ਅਤੇ ਉਹਨੂੰ ਫਿਰ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਹੈ ਜਿਹੜਾ ਉਹਦੀ ਸਮਝ ਪੈ ਜਾਂਦੀ ਹੈ, ਉਹਨਾਂ ਨੂੰ ਉਹ ਪ੍ਰਾਪਤ ਕਰਦਾ ਹੈ, ਗੁਣਾਂ ਨੂੰ ਪ੍ਰਾਪਤ ਕਰਦਾ ਹੈ, ਚੰਗੀ ਮੱਤ ਨੂੰ, ਚੰਗੇ ਜੀਵਨ ਨੂੰ, ਸੋਹਣੇ ਢੰਗ ਤਰੀਕੇ ਨੂੰ ਪ੍ਰਾਪਤ ਕਰ ਲੈਂਦਾ ਹੈ। ਰੱਬ ਵਰਗੇ ਸੁਭਾਅ ਨੂੰ, ਰੱਬੀ ਗੁਣਾਂ ਨੂੰ ਉਹ ਬੰਦਾ ਪ੍ਰਾਪਤ ਕਰ ਲੈਂਦਾ ਹੈ। ਤਾਂ ਅਨੇਕ ਰੂਪ ਨਾਉ ਨਵਨਿਤ, ਤਿਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ
ਵਜਾਇਆ। ਉਸ ਹਰੀ ਪ੍ਰਮਾਤਮਾ ਨੇ ਜਿਹੜੇ ਜਿਉਣ ਦਾ ਸਲੀਕਾ ਸਿੱਖਦੇ ਨੇ ਉਹਨਾਂ ਦੇ ਵਿੱਚ ਜਿਉਂਦੀ ਜਿੰਦ ਟਿਕਾਈ ਹੈ, ਨਹੀਂ ਤਾਂ ਬਾਕੀ ਸਾਰੇ ਮਰੇ ਹੋਏ ਨੇ। ਅਸੀਂ ਕੋਸ਼ਿਸ਼ ਕਰਨੀ ਹੈ ਗੁਰੂ ਦੇ ਦਰ 'ਤੇ ਆ ਕੇ ਜਿਉਂਦਿਆਂ ਵਿੱਚ ਹੋ ਜਾਈਏ। ਜਿੱਦਣ ਜਿਉਂਦੇ ਹੋਵਾਂਗੇ ਉਦਣ ਦਸਮ ਦੁਆਰ ਖੁੱਲ੍ਹਣਾ ਹੈ, ਨਹੀਂ ਤਾਂ ਸਾਰੀ ਜ਼ਿੰਦਗੀ ਬਹੁਤ ਨੇ ਇੱਥੇ ਆਏ ਜਿਹੜੇ ਆਹ ਦਿਮਾਗ ਨੂੰ ਲੈ ਕੇ ਆਏ। ਰੱਬ ਨੇ ਸਾਰਿਆਂ ਦੇ ਵਿੱਚ ਇੱਕੋ ਜਿਹਾ ਪਾਇਆ। ਕਈ ਤਾਂ ਇੱਥੇ ਵਰਤ ਲੈਂਦੇ ਨੇ, ਕਈ ਉਵੇਂ ਸਾਰਿਆਂ ਦਾ ਲੱਗਿਆ ਲਗਾਇਆ ਐਂ ਚਲੇ ਜਾਂਦੇ। ਇਹਨੂੰ ਵਰਤਣ ਦੇ ਲਈ ਦੁਨੀਆ ਵਿੱਚ ਭੇਜਿਆ ਹੈ। ਇਹਦੇ ਵਿੱਚ ਜਿੰਨਾ ਕੁਝ ਪਿਆ ਹੈ ਇਹ ਤੋਂ ਚੰਗੇ ਕੰਮ ਲੈਣ ਲਈ ਰੱਬ ਨੇ ਸਾਨੂੰ ਸੰਸਾਰ ਵਿੱਚ ਭੇਜਿਆ। ਇਹ ਤੋਂ ਕੰਮ ਲਈਏ, ਨਹੀਂ ਤਾਂ ਬਹੁਤੇ ਲੋਕ ਨੇ ਜਿਹੜੀ ਆਪਣੀ ਮੱਤ ਨੂੰ ਖੋਲ੍ਹਣਾ ਨਹੀਂ ਚਾਹੁੰਦੇ। ਅਤੇ ਗੁਰੂ ਨਾਨਕ ਦੇ ਦਰ ਦੀ ਇਹੀ ਸਿੱਖਿਆ ਹੈ। ਗੁਰੂ ਨਾਨਕ ਲੋਕਾਂ ਦੇ ਦਿਮਾਗ ਹੀ ਖੋਲ੍ਹੇ ਨੇ। ਆਪਣੇ ਦਿਮਾਗ ਤੋਂ ਕੰਮ ਲਵੋ। ਬਹੁਤ ਕੁਝ ਹੈ ਤੁਹਾਡੇ ਅੰਦਰ, ਕੋਸ਼ਿਸ਼ ਕਰੋ। ਆਹ ਡਰ ਹੈ ਜਿਹੜਾ ਸਮਝ ਵਿੱਚ ਦਿਮਾਗ ਦੇ ਵਿੱਚ ਪਿਆ ਹੋਇਆ ਉਹਨੂੰ ਕੱਢ ਦੇਵੋ। ਬਹੁਤ ਕੁਝ ਕਰ ਸਕਦੇ ਹੋ। ਅਤੇ ਗੁਰੂ ਨਾਨਕ ਦੀ ਇਸੇ ਵਿਚਾਰਧਾਰਾ ਨੇ ਇੱਕ ਦਿਨ ਇਹਨਾਂ ਨੂੰ ਇੱਥੇ ਰਾਜ ਵੀ ਲੈ ਕੇ ਦਿੱਤਾ। ਬਾਦਸ਼ਾਹਾਂ ਵਰਗਾ ਜੀਵਨ ਜਿਉਇਆ ਇਹਨਾਂ ਨੇ, ਤਾਂ ਹੋਇਆ। ਦੁਨੀਆ ਦੇ ਉੱਤੇ ਜੇ ਰਾਜ ਕੀਤਾ ਤਾਂ ਜਦੋਂ ਸਮਝ ਦੇ ਵਿੱਚੋਂ ਡਰ ਖਤਮ ਹੋ ਗਿਆ, ਆਪਣੇ ਆਪ ਦੇ ਉੱਤੇ ਪਰਪੱਕ ਹੋ ਗਏ। ਗੁਰੂ ਨੇ ਸਾਡਾ ਦਿਮਾਗ ਹੀ ਖੋਲ੍ਹਣਾ ਹੈ ਅਤੇ ਕੋਸ਼ਿਸ਼ ਕਰੀਏ ਅਸੀਂ ਵੀ ਗੁਰੂ ਦੇ ਦਰ 'ਤੇ ਆ ਕੇ ਆਪਣੇ ਦਸਮ ਦੁਆਰ ਨੂੰ ਖੋਲ੍ਹਣ ਦੀ। ਜਿਹਦਾ ਨਾਮ ਦਸਮ ਦੁਆਰ ਰੱਖਿਆ ਹੈ, ਪਰ ਹੈ ਉਹ ਚੰਗੀ ਮੱਤ, ਚੰਗੀ ਬੁੱਧ, ਉੱਚ ਪਦਵੀ ਜੀਵਨ ਜਿਉਣ ਦਾ ਉੱਚਾ ਢੰਗ ਤਰੀਕਾ। ਉਹ ਗੁਰੂ ਤੋਂ ਸਿੱਖ ਕੇ ਦਸਮ ਦੁਆਰ ਖੋਲ੍ਹਣਾ ਹੈ। ਜਿੰਨੇ ਇੱਥੇ ਭੁਲੇਖੇ ਪਾਏ ਹੋਏ ਨੇ, ਘਾੜਤਾਂ ਘੜੀਆਂ ਹੋਈਆਂ ਨੇ, ਸਭ ਕੁਝ ਝੂਠਾ। ਇਹੋ ਜਿਹੀ ਕੋਈ ਵਿਧ ਨਹੀਂ ਜਿਹਦੇ ਨਾਲ ਦਸਮ ਦੁਆਰ ਖੁੱਲ੍ਹ ਸਕਦਾ। ਸਿਰਫ ਅਤੇ ਸਿਰਫ ਗੁਰੂ ਦੀ ਮੱਤ ਹੈ ਜਿਹਦੇ ਨਾਲ ਦਸਮ ਦੁਆਰ ਖੁੱਲ੍ਹਣਾ ਹੈ। ਇਸੇ ਦੇ ਵਿੱਚੋਂ ਚੰਗੀ ਮੱਤ ਜਿੱਦਣ ਆ ਗਈ ਉਦਣ ਦੁਨੀਆ ਦੇ ਭਲੇ ਦੇ ਕੰਮ ਕਰਨੇ ਅਸੀਂ ਸ਼ੁਰੂ ਕਰ ਦੇਣੇ। ਦਸਮ ਦੁਆਰ ਹੀ ਖੁੱਲ੍ਹਣਾ ਹੈ। ਸੋ ਆਓ ਗੁਰੂ ਦੇ ਦਰ 'ਤੇ ਆ ਕੇ ਆਪਾਂ ਵੀ ਚੰਗੀ ਸਿੱਖਿਆ ਲਈਏ। ਗੁਰਦੁਆਰੇ ਲਾਏ ਭਾਵਨੀ ਕਰਨਾ, ਦਸਵਾਂ ਦੁਆਰ ਦਿਖਾਉਣਾ। ਕਈਆਂ ਨੂੰ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਜਿਹੜੇ ਗੁਰੂ ਦੇ ਸਿੱਖਿਆ ਦੇ ਨਾਲ ਭਾਵਨੀ ਬਣਾ ਕੇ ਰੱਖਦੇ ਨੇ, ਪ੍ਰੀਤ ਬਣਾ ਕੇ ਰੱਖਦੇ ਨੇ। ਸਾਡੀ ਵੀ ਪ੍ਰੀਤ ਗੁਰੂ ਦੇ ਚਰਨ ਕਮਲਾਂ ਨਾਲ ਜੁੜ ਜਾਵੇ, ਗੁਰੂ ਦੀ ਸਿੱਖਿਆ ਨਾਲ ਜੁੜ ਜਾਵੇ, ਤਾਂ ਜੋ ਅਸੀਂ ਵੀ ਜਿਉਂਦਿਆਂ ਹੀ ਆਪਣਾ ਦਸਮ ਦੁਆਰ ਖੋਲ੍ਹ ਲਈਏ। ਸਾਨੂੰ ਕਿਸੇ ਬਾਬੇ, ਕਿਸੇ ਪਖੰਡੀ ਦੇ ਦਰ 'ਤੇ ਜਾਣ ਦੀ ਲੋੜ ਨਹੀਂ ਜਿਹੜਾ ਸਾਡੇ ਦਸਮ ਦੁਆਰ ਖੋਲ੍ਹਦਾ ਹੈ। ਨਹੀਂ, ਸਾਡੇ ਲਈ ਗੁਰੂ ਹੀ ਬਹੁਤ ਵੱਡਾ ਹੈ। ਗੁਰੂ ਤੋਂ ਵੱਡਾ ਕੋਈ ਦਰ ਨਹੀਂ। ਸਾਰਾ ਕੁਝ ਜੇ ਪੁੱਛਣਾ ਹੈ, ਕੋਈ ਕੁਝ ਕਰਨਾ, ਇੱਥੇ ਆ ਜਾਈਏ। ਗੁਰੂ ਸਾਡਾ ਫੈਸਲਾ ਖੁਦ ਕਰੇਗਾ। ਦਾਦਾ ਰਹਿਮਤ ਕਰੇ। ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਬਖਸ਼ਣ ਯੋਗ ਨੀਤੀਆਂ ਕਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।